पर सब तो लंबा भाषण दे के भी जे तुसी चीज़ां बारे पता करन लगो किसी नूं, किसी फाइनांस मिनिस्ट्री पता कर लो या फाइनांस डिपार्टमेंट नूं पता कर लो स्टेटां दे भी जी की मिले आपां नूं, तां ओह कहणगे जी हजे कुछ पता नहीं है। GST की आमदन तो साडी 16,000 करोड़ है, ब्याज असीं 24,000 करोड़ देई जांदे, सॉरी 20,000 करोड़ दे रहे, यानी कि असीं अपने उस तो जिन्नी साडी आमदन का मेजर सोर्स है उस तो भी 4,000 करोड़ रुपया होर दे रहे हैं। बहुत सारे बंदे दी डिमांड सी भी जी किसानों को 6,000 रुपया डायरैक्ट सबसिडी मिलती है उन्होंने खात्यां च, इनू ਵਧਾਓ। पर बहुत सारे लोग इस दे सी भी नहीं, ये सबसिडी डायरैक्ट फार्मर के खाते च नहीं दी जानी चाहिए। ये सबसिडी ओदी फसलों की कीमत उन्होंने सही मिले इस दे उत्ते करनी चाहिए सानू, ये डाइवर्सिफिकेशन नहीं रखा जा सकता सी। अच्छा चलो तुसी वो कहता भी ਉਹਦੇ किनारे ਦੇ ਤੁਸੀਂ 5-5 किलोमीटर ਤੇ ਰੇਡੀਅਸ ਤੇ प्राकृतिक खेती ਨੂੰ ਵਧਾਓ, बहुत अच्छी गल है, चलो ਉੱਥੇ ਹੀ ਵਧਾ ਲਓ, ਕਿਤੇ ਤਾਂ ਕਰੋ, ਅਸੀਂ ਦੇਖਾਂਗੇ ਉਹ ਮਾਡਲ ਕਿਸ ਤਰ੍ਹਾਂ ਦਾ ਹੈ। ਪਰ ਐਂ ਤਾਂ ਦੱਸੋ ਵੀ ਜਿਹੜਾ ਉੱਥੇ ਤੁਸੀਂ ਵਧਾਓਗੇ ਉਹਨੂੰ ਦੋਗੇ ਕੀ? ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋर्ट। इस प्रोग्राम ਦੇ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰ ਜੇਕਰ ਅਸੀਂ ਅੱਜ ਗੱਲ ਕਰੀਏ ਤਾਂ ਅੱਜ ਅਸੀਂ ਬਜਟ ਬਾਰੇ ਗੱਲ ਕਰਾਂਗੇ, ਜਿਹੜਾ ਕੱਲ ਆਪਣਾ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਹੈ। ਕੱਲ ਉਹਨਾਂ ਨੇ ਆਪਣਾ ਆਮ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਹੈ, ਉਹਨਾਂ ਦਾ ਚੌਥਾ ਬਜਟ ਰਿਹਾ ਹੈ। ਤੇ ਜੇਕਰ ਇਸ ਬਜਟ ਬਾਰੇ ਗੱਲ ਕੀਤੀ ਜਾਵੇ ਤਾਂ ਕਾਫੀ ਲੋਕਾਂ ਦੇ ਮਨਾਂ ਵਿੱਚ ਸਵਾਲ ਨੇ, ਕੁਝ ਸਵਾਲਾਂ ਕਾਫੀ ਸਵਾਲ ਨੇ ਕੁਝ ਚੀਜ਼ਾਂ ਨੂੰ ਲੈ ਕੇ, ਕਿ ਜਿਵੇਂ ਇਸ ਬਜਟ ਤੋਂ ਬਾਅਦ ਜਿਹੜਾ ਇੰਪੈਕਟ ਹੈ ਆਮ ਆਦਮੀ ਤੇ ਕੀ ਪਵੇਗਾ, ਜਾਂ ਇਸ ਨਾਲ ਕਿਹੜੀਆਂ ਚੀਜ਼ਾਂ ਨੇ ਉਹ ਸਸਤੀਆਂ ਹੋਣਗੀਆਂ, ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਆਪਣਾ ਮਹਿੰਗੀਆਂ ਹੋਣਗੀਆਂ। ਤੇ ਜੇਕਰ ਆਪਾਂ ਇੱਕ ਉੱਪਰੋਂ ਝਾਤੀ ਮਾਰੀਏ ਬਜਟ ਦੇ ਉੱਤੇ ਤਾਂ ਦੇਖਣ 'ਚ ਇਹੀ ਲੱਗ ਰਿਹਾ ਕਿ ਜਿਵੇਂ ਕੁਝ ਲਗਜ਼ਰੀ ਆਈਟਮ ਸੀ ਉਹਨਾਂ ਦੇ ਉੱਤੇ ਡਿਊਟੀਆਂ ਵਗੈਰਾ ਘਟਾ ਕੇ ਉਹ ਸਗੋਂ ਸਸਤੀਆਂ ਕਰ ਦਿੱਤੀਆਂ ਗਈਆਂ, ਪਰ ਆਮ ਆਦਮੀ ਦੇ ਨਾਲ ਜੁੜੀਆਂ ਹੋਈਆਂ ਕੁਝ ਚੀਜ਼ਾਂ ਸੀ ਉਹਨਾਂ ਦੇ ਰੇਟ ਜਿਹੜੇ ਉਹ ਵੱਧ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਬਿਲਕੁਲ ਠੀਕ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਜਟ ਦੇ ਵਿੱਚ ਇਸੇ ਤਰ੍ਹਾਂ ਦੇ ਹੀ ਪ੍ਰਾਵਧਾਨ ਨੇ ਜਿਹੜੀਆਂ ਬਿਲਕੁਲ ਰੋਜ਼ਾਨਾ ਰੋਜ਼ਮर्रा ਦੀਆਂ ਚੀਜ਼ਾਂ ਨੇ ਉਹਨੂੰ ਤਾਂ ਮਤਲਬ ਕੁਛ ਉਹਦੇ 'ਚ ਕੁਛ ਕੀਤਾ ਨਹੀਂ ਹੈ, ਥੋੜ੍ਹਾ ਜਿਹਾ ਡਿਊਟੀਆਂ ਵਧਾਤੀਆਂ ਨੇ ਜਿਹਦੇ ਕਰਕੇ ਉਹਦੇ ਮਹਿੰਗੇ ਹੋਣ ਦੀ ਸੰਭਾਵਨਾ ਹੈ ਵੱਧ ਜਾਂਦੀ ਹੈ। ਪਰ ਜਿਹੜੀਆਂ ਲਗਜ਼ਰੀ ਆਈਟਮਾਂ ਹੈਗੀਆਂ ਨੇ, ਠੀਕ ਹੈ ਤੁਹਾਡੀ ਗੱਲ ਕਿ ਮਤਲਬ ਉਹ ਜ਼ਰੂਰ ਇਹਨਾਂ ਨੇ ਘਟਾ ਦਈਏ, ਪਰ ਮੈਂ ਇਸ ਤੋਂ ਵੀ ਥੋੜ੍ਹਾ ਜਿਹਾ ਅੱਗੇ ਹੋਰ ਗੱਲ ਕਰਨੀ ਚਾਹੂੰਗਾ। ਜੇ ਬਜਟ ਨੂੰ ਇਕੱਲਾ 2-4 ਚੀਜ਼ਾਂ ਮਹਿੰਗੀਆਂ ਜਾਂ ਸਸਤੀਆਂ ਦੇ ਉਸ 'ਚ ਨਾ ਦੇਖੀਏ, ਕਿਉਂਕਿ ਜਿਹੜਾ ਸੈਂਟਰਲ ਦਾ ਬਜਟ ਹੁੰਦਾ ਉਹ 2-4 ਚੀਜ਼ਾਂ ਮਹਿੰਗੀਆਂ ਜਾਂ ਸਸਤੀਆਂ ਹੋਣ ਦਾ ਉਸ 'ਤੇ ਨਹੀਂ ਹੁੰਦਾ, ਉਹ ਹੁੰਦਾ ਇੱਕ ਦਿਸ਼ਾ ਦਿਖਾਈ ਜਾਂਦੀ ਹੈ ਕਿ ਅਸੀਂ ਅਗਲੇ ਵਾਲੇ ਟਾਈਮਸ 'ਚ ਕੀ ਕਰਨਾ ਹੈ, ਇਹ ਉਸ 'ਤੇ ਡਿਪੈਂਡ ਹੁੰਦਾ। ਪਰ ਉਹ ਜਿਹੜਾ ਮਤਲਬ ਬਜਟ ਹੈਗਾ ਜਾਂ ਤਾਂ ਕਲੈਰਿਟੀ ਨਾਲ ਨਹੀਂ ਦਿੰਦੇ ਕੋਈ ਚੀਜ਼ਾਂ। ਹੁਣ ਜਿਵੇਂ ਕੱਲ੍ਹ ਕਿਹਾ ਗਿਆ ਕਿ ਸਭ ਤੋਂ ਲੰਬਾ ਭਾਸ਼ਣ ਦਿੱਤਾ ਮਤਲਬ ਵਿੱਤ ਮੰਤਰੀ ਨੇ, ਪਰ ਸਭ ਤੋਂ ਲੰਬਾ ਭਾਸ਼ਣ ਦੇ ਕੇ ਵੀ ਜੇ ਤੁਸੀਂ ਚੀਜ਼ਾਂ ਬਾਰੇ ਪਤਾ ਕਰਨ ਲੱਗੋ ਕਿਸੇ ਨੂੰ, ਕਿਸੇ ਫਾਈਨਾਂਸ ਮਿਨਿਸਟਰੀ 'ਚ ਪਤਾ ਕਰ ਲਓ ਜਾਂ ਫਾਈਨਾਂਸ ਡਿਪਾਰਟਮੈਂਟ ਨੂੰ ਪਤਾ ਕਰ ਲਓ ਸਟੇਟਾਂ ਦੇ ਵੀ ਜੀ ਕੀ ਮਿਲਿਆ ਆਪਾਂ ਨੂੰ, ਤਾਂ ਉਹ ਕਹਿਣਗੇ ਜੀ ਹਜੇ ਕੁਛ ਪਤਾ ਨਹੀਂ ਹੈ। ਜੇ ਕੱਲ ਜਿਵੇਂ ਇੱਕ ਕੱਲ੍ਹ ਗੱਲ ਚੱਲ ਰਹੀ ਸੀ ਕਿ ਗੌਰਮੈਂਟ ਆਫ ਇੰਡੀਆ ਨੇ 50 ਸਾਲਾਂ ਲਈ ਸਟੇਟਾਂ ਨੂੰ ਕਰਜ਼ ਜਿਹੜਾ ਹੈਗਾ ਉਹ ਵਿਆਜ ਮੁਕਤ ਕਰਜ਼ ਦੇਣਾ ਹੈ, ਮਤਲਬ ਵਿਆਜ ਨਹੀਂ ਲੱਗੇਗਾ, ਕਰਜ਼ਾ ਦਿੱਤਾ ਜਾਏਗਾ। ਹੁਣ ਇਹ ਨਹੀਂ ਦੱਸਿਆ ਗਿਆ ਕਿ ਉਹਦੇ ਲਈ ਫਿਰ ਰਕਮ ਕਿੰਨੀ ਰੱਖੀ ਹੈ, ਉਹ ਸਟੇਟਾਂ ਨੂੰ ਦੇਣਾ ਕਿਵੇਂ ਹੈ, ਉਹ ਸਟੇਟਾਂ ਨੂੰ ਕਿੰਨਾ ਦੇਣਾ ਹੈ, ਉਹ ਸਟੇਟ ਦੇਣ ਲਈ ਰਾਈਡਰਸ ਕੀ ਹੋਣਗੇ, ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਹੁਣ ਦੇਖੋ ਅੱਜ ਦੀ ਡੇਟ ਦੇ ਵਿੱਚ ਸਾਰੀਆਂ ਹੀ ਸਟੇਟਾਂ ਜਿੰਨੀਆਂ ਵੀ ਹੈਗੀਆਂ ਨੇ ਉਹ ਕਰਜ਼ੇ ਦੇ ਭਾਰ ਥੱਲੇ ਨੇ। ਹੁਣ ਪੰਜਾਬ 'ਚ ਜਿਹੜਾ 31 ਮਾਰਚ 2022 ਜਿਹੜਾ ਹੁਣ ਆਉਣਾ, ਯਾਨੀ ਕਿ 2 ਮਹੀਨੇ ਜਿਹਨੂੰ ਰਹਿ ਗਏ, ਉਦੋਂ ਤੱਕ 2,73,000 ਕਰੋੜ ਰੁਪਈਆ ਹੋ ਜਾਣਾ ਸਾਡੇ ਸਿਰ ਦੇ ਉੱਤੇ, ਜਿਹਦਾ ਅਸੀਂ ਵਿਆਜ 20,413 ਕਰੋੜ ਰੁਪਈਆ ਸਾਲਾਨਾ ਦੇ ਰਹੇ ਹਾਂ। ਠੀਕ ਹੈ, ਹੁਣ ਤੁਸੀਂ ਸੋਚੋ ਵੀ ਸਾਡੀ ਸਟੇਟ ਦੀ GST ਤੋਂ ਜਿਹੜੀ ਕੁੱਲ ਆਮਦਨ ਹੈ, GST ਤੋਂ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਸਟੇਟ ਦੀ ਆਮਦਨ ਹੈ, ਇਹਦੇ ਵਿੱਚ ਵੈਸੇ ਤਾਂ ਕਈ ਫੈਕਟਰ ਹੋਰ ਵੀ ਨੇ, ਸ਼ਰਾਬ ਵੀ ਹੈ, ਵੈਟ ਵੀ ਹੈ, ਸਟੈਂਪ ਡਿਊਟੀ ਵੀ ਹੈ, ਸਭ ਕੁਛ ਹੈ। ਉਹਦਾ
ਉਹਦੇ 'ਚੋਂ 16,000 ਕਰੋੜ ਰੁਪਈਆ ਕੱਲਾ GST ਆਉਂਦਾ ਹੈ। ਅਤੇ ਯਾਨੀ ਕਿ ਜਿੰਨਾ ਸਾਡੇ ਉਹ ਸਭ ਤੋਂ ਮੇਜਰ ਪੋਰਸ਼ਨ ਹੈ ਜਿਹੜੀ ਸਾਡੀ ਆਮਦਨ ਹੈ, ਸਟੇਟ ਦੀ ਆਮਦਨ ਦਾ ਸਭ ਤੋਂ ਮੇਜਰ ਪੋਰਸ਼ਨ ਜਿਹੜਾ ਹੈਗਾ ਉਹ GST ਦੀ ਆਮਦਨ ਹੈ। GST ਦੀ ਆਮਦਨ ਤਾਂ ਹੁਣ ਸਾਡੀ 16,000 ਕਰੋੜ ਹੈ, ਵਿਆਜ ਅਸੀਂ 24,000 ਕਰੋੜ ਦੇਈ ਜਾ ਰਹੇ ਹਾਂ, 20,000 ਕਰੋੜ ਦੇ ਰਹੇ, ਯਾਨੀ ਕਿ ਅਸੀਂ ਆਪਣੇ ਉਸ ਤੋਂ ਜਿੰਨੀ ਸਾਡੀ ਆਮਦਨ ਦਾ ਮੇਜਰ ਸੋਰਸ ਹੈ ਉਸ ਤੋਂ ਵੀ 4,000 ਕਰੋੜ ਰੁਪਈਆ ਹੋਰ ਦੇ ਰਹੇ ਹਾਂ। ਯਾਨੀ ਸਟੈਂਪ ਡਿਊਟੀ ਦੀ ਆਮਦਨ ਵੀ ਇਹਦੇ ਵਿੱਚ ਵੜ ਗਈ, GST ਦੀ ਆਮਦਨ ਵੀ ਕਰਜ਼ਿਆਂ ਦੇ ਵਿੱਚ ਹੀ ਚਲੀ ਗਈ। ਇੱਕ ਫੈਕਟਰ ਇਹ ਕਿ ਜੇ ਹੁਣ ਅੱਛਾ ਇਹਦੇ ਨਾਲ ਨੁਕਸਾਨ ਕੀ ਹੁੰਦਾ? ਇਹਦੇ ਨਾਲ ਨੁਕਸਾਨ ਇਹ ਹੁੰਦਾ ਕਿ ਜਿਹੜੇ ਕੰਮ ਮਤਲਬ ਗੌਰਮੈਂਟ ਆਫ ਪੰਜਾਬ ਨੇ ਕਰਨੇ ਨੇ ਲੋਕਾਂ ਦੀ ਮਤਲਬ ਐਜੂਕੇਸ਼ਨ ਸੁਧਾਰਨ ਵਾਸਤੇ ਜਾਂ ਹੈਲਥ ਸੁਧਾਰਨ ਵਾਸਤੇ ਜਾਂ ਇਨਫਰਾਸਟਰਕਚਰ ਸੁਧਾਰਨ ਵਾਸਤੇ, ਉਹ ਸਾਰੇ ਦੇ ਵਿੱਚ ਹੀ ਕਟੌਤੀ ਕਰਨੀ ਪੈਂਦੀ ਹੈ। ਤੁਸੀਂ ਦੇਖੋ ਮਤਲਬ ਪੂਰਾ ਮਤਲਬ 6 ਮਹੀਨੇ ਜਿਹੜੇ ਆਖਰੀ ਨੇ ਜਾਂ ਸਾਲ ਹੀ ਲਾ ਲਈਏ ਉਹ ਚੱਲਦੇ ਰਹੇ ਹੈ, ਚਾਹੇ ਉਹ ਲਾਈਨਮੈਨ ਹੋਣ, ਚਾਹੇ ਟੀਚਰ ਹੋਣ, ਚਾਹੇ ਆਂਗਣਵਾੜੀ ਵਰਕਰ ਹੋਣ, ਟਰਾਂਸਪੋਰਟ ਮਹਿਕਮੇ ਦੇ ਲੋਕ, ਸਾਰੇ ਧਰਨਿਆਂ 'ਤੇ ਬੈਠੇ ਹੈ। ਕੀ ਕਹਿਣ ਵਾਸਤੇ? ਜੀ ਸਾਨੂੰ ਪੱਕੇ ਕਰੋ। ਜਿਹੜੇ ਹੁਣ ਪੱਕੇ ਕਰਨ ਦਾ ਕੀ ਮਤਲਬ ਹੈ? ਪੱਕੇ ਕਰਨ ਦਾ ਮਤਲਬ ਹੈ ਕਿ ਜੇ ਮੰਨ ਲਓ ਅਸੀਂ ਟੀਚਰ ਪੱਕੇ ਕਰਨੇ ਆ, ਇਕੱਲੇ ਟੀਚਰ, ਹੋਰ ਕੋਈ ਨਹੀਂ, ਇਕੱਲੇ ਟੀਚਰ ਭਰਤੀ ਪੱਕੇ ਕਰਨੇ ਆ ਸਾਰੇ, ਜਿੰਨੀਆਂ ਸਾਡੇ ਕੋਲੇ ਪੋਸਟਾਂ ਨੇ ਉਨੇ ਹੀ ਟੀਚਰ ਰੱਖ ਕੇ ਉਹਨਾਂ ਨੂੰ ਪੱਕਾ ਕਰਨਾ ਹੈ, ਤਾਂ ਸਾਨੂੰ ਘੱਟੋ ਘੱਟ 350 ਕਰੋੜ ਰੁਪਈਆ ਚਾਹੀਦਾ। ਹੁਣ ਮੈਂ ਤੁਹਾਨੂੰ ਕਿਹਾ ਵੀ ਆਮਦਨ ਜਿਹੜੀ ਆ ਰਹੀ ਹੈ ਉਹ ਤਾਂ ਵਿਆਜਾਂ 'ਚ ਜਾਈ ਜਾ ਰਹੀ ਹੈ, ਸਬਸਿਡੀ 'ਚ ਜਾਈ ਜਾ ਰਹੀ ਹੈ, ਤਾਂ ਜਿਹੜੀ ਇਹ ਚੀਜ਼ ਕਰਨ ਵਾਲੀ ਸੀਗੀ, ਜਿੱਥੇ ਰੁਜ਼ਗਾਰ ਦੇਣ ਵਾਲਾ ਸੀਗਾ, ਉਹ ਉੱਥੇ ਕੱਟ ਲੱਗ ਗਿਆ। ਕੱਟ ਲੱਗਾ ਤਾਂ ਫਿਰ ਅਸੀਂ ਕੀ ਕੀਤਾ? ਵਿੱਚ ਵਾਲਾ ਇੱਕ ਰਸਤਾ ਜਿਹਾ ਕੱਢ ਲਿਆ ਵੀ ਚਲੋ ਅਸੀਂ ਐਂ ਕਰਦੇ ਹਾਂ ਕਿ ਉਸ 'ਤੇ ਰੱਖ ਲੈਂਦੇ ਹਾਂ, ਕੀ ਨਾਮ ਹੈ, ਕੌਂਟਰੈਕਟ 'ਤੇ ਰੱਖ ਲੈਂਦੇ ਹਾਂ, 15-20 ਹਜ਼ਾਰ ਰੁਪਏ, ਕਿਸੇ ਨੂੰ 25,000 ਰੁਪਏ ਸੌਰੀ, ਕਈ ਇਸ ਤਰ੍ਹਾਂ ਦੇ ਮਤਲਬ ਜਿਹੜੇ ਹੈਗੇ ਆ ਉਹ ਤੁਸੀਂ ਬਣਾ ਲਿਆ। ਇਸੇ ਤਰ੍ਹਾਂ ਹੀ ਟਰਾਂਸਪੋਰਟ ਡਿਪਾਰਟਮੈਂਟ 'ਚ ਹੈ, ਤੁਸੀਂ ਦੇਖੋ 10-10 12-12 ਘੰਟੇ ਜਿਹੜੇ ਸਾਡੇ ਮਤਲਬ ਡਰਾਈਵਰ ਨੇ ਉਹ ਬੱਸਾਂ ਚਲਾ ਰਹੇ ਨੇ, ਅਤੇ ਉਹਨਾਂ ਨੂੰ ਤਨਖਾਹ ਕਿੰਨੀ ਮਿਲ ਰਹੀ ਹੈ? 14,000 15,000 12,000। ਮਤਲਬ ਅਸੀਂ ਔਰ ਇੱਕ ਪਾਸੇ, ਦੂਜੇ ਪਾਸੇ ਜੇ ਤੁਸੀਂ ਦੇਖੋਗੇ ਹੁਣ ਕਿਉਂ ਇਹ ਕਰਦੇ ਨੇ, ਤਾਂ ਮੈਂ ਉਹਦਾ ਵੀ ਕਾਰਨ ਦਿੰਦਾ। ਹੁਣ ਦੂਸਰੇ ਪਾਸੇ ਤੁਸੀਂ ਦੇਖੋ, ਇੱਕ ਮਤਲਬ ਅਫਸਰ ਦੇ ਬਾਹਰ ਇੱਕ ਮਤਲਬ ਚਾਪਰਾਸੀ ਬੈਠਾ ਹੈ, ਉਹਦਾ ਕੰਮ ਹੈ ਸਿਰਫ ਫਾਈਲ ਬ੍ਰਾਂਚ 'ਚ ਦੇ ਕੇ ਆਉਣੀ, ਚਾਹ ਪਾਣੀ ਪਿਲਾ ਦੇਣਾ ਆਏਗੇ ਨੂੰ, ਉਹਨੂੰ ਕਿੰਨੀ ਤਨਖਾਹ ਮਿਲ ਰਹੀ ਹੈ? 35,000 ਰੁਪਏ, 40,000 ਰੁਪਏ। ਤਾਂ ਫਿਰ ਇਹ ਜਿਹੜਾ 14-14 ਘੰਟੇ ਬੰਦਾ ਬੱਸ ਚਲਾ ਰਿਹਾ, 12-12 ਘੰਟੇ ਜਿਹੜਾ ਬੱਸ ਚਲਾ ਰਿਹਾ ਹੈ, ਉਹਦੀ ਅਤੇ ਇਹਦੀ ਕੋਈ ਕੰਪੈਰੀਜ਼ਨ ਹੈਗਾ? ਠੀਕ, ਤਾਂ ਮਤਲਬ ਕੱਲ੍ਹ ਨੂੰ ਉਹ ਰੌਲਾ ਕਿਉਂ ਨਹੀਂ ਪਾਏਗਾ? ਇਸੇ ਤਰ੍ਹਾਂ ਹੀ ਟੀਚਰ ਜਿਹੜਾ ਖੁਦ ਮਤਲਬ MA BEd ਕਰਦਾ ਹੈਗਾ, ਉਹਨੂੰ ਤੁਸੀਂ ਸੈਲਰੀ ਕਿੰਨੀ ਦੇ ਰਹੇ ਹੋ? 15,000 ਰੁਪਏ, 20,000 ਰੁਪਏ। ਜਿਹਦੇ ਉੱਤੇ ਤੁਹਾਡੇ ਬੱਚਿਆਂ ਦਾ ਭਵਿੱਖ ਹੈ ਉਹਨੂੰ ਤਾਂ 15-20 ਹਜ਼ਾਰ ਰੁਪਏ ਦੇ ਰਹੇ ਆ। ਤਾਂ ਇਹ ਜਿਹੜੀ ਮਤਲਬ ਡਿਸਪੈਰਿਟੀ ਹੈ ਨਾ, ਇਹਦੇ ਕਰਕੇ ਹੀ ਮਤਲਬ ਸਾਰੇ ਜਿਹੜੇ ਹੈਗੇ ਆ ਉਹ ਰੌਲਾ ਪਾਉਂਦੇ ਹੈਗੇ ਆ। ਹੁਣ ਜਿਹੜਾ ਗੌਰਮੈਂਟ ਆਫ ਇੰਡੀਆ ਨੇ ਕਿਹਾ ਹੈ, ਪਿਛਲੀ ਵਾਰ 2 ਸਾਲ ਪਹਿਲਾਂ ਜਦੋਂ ਕਰੋਨਾ 2020 ਦੇ ਵਿੱਚ, ਮਾਰਚ 2020 ਦੇ ਵਿੱਚ ਆਇਆ ਸੀ, ਹੁਣ 2 ਸਾਲ ਹੋ ਗਿਆ ਪੂਰਾ, ਅਗਲਾ ਮਾਰਚ ਆਉਣ ਵਾਲਾ ਹੈ, ਤਾਂ ਉਦੋਂ ਸਾਰੇ ਸਟੇਟਾਂ ਦੇ ਜਿਹੜੇ ਹੈਗੇ ਨੇ ਉਹ ਆਮਦਨ ਘਟ ਗਈ ਸੀ, ਕਿਉਂਕਿ ਸਾਰਾ ਕੁਝ ਤੁਸੀਂ ਦੇਖਿਆ ਸੀ ਬੰਦ ਹੋ ਗਿਆ ਸੀਗਾ, ਤਾਂ ਸਾਰੀ ਆਮਦਨ ਠੱਪ ਹੋ ਗਈ। ਸਟੇਟਾਂ ਨੇ ਰੌਲਾ ਪਾਇਆ ਵੀ ਜੀ ਅਸੀਂ ਵਿਆਜ ਦੀ ਕਿਸ਼ਤਾਂ ਉਸੇ ਤਰ੍ਹਾਂ ਦੇਣੀਆਂ ਨੇ, ਅਸੀਂ ਆਪਣੇ ਕਰਮਚਾਰੀਆਂ ਨੂੰ ਸੈਲਰੀਆਂ ਉਸੇ ਤਰ੍ਹਾਂ ਹੀ ਦੇਣੀਆਂ ਨੇ, ਅਸੀਂ ਬਿਜਲੀ ਸਬਸਿਡੀਆਂ ਜਾਂ ਜੋਰੀਆਂ ਵੀ ਸਬਸਿਡੀਆਂ ਨੇ ਉਹ ਉਸੇ ਤਰ੍ਹਾਂ ਹੀ ਦੇਣੀਆਂ ਨੇ, ਵੀ ਅਸੀਂ ਕਿਸ ਤਰ੍ਹਾਂ ਦੇਵਾਂਗੇ? ਸਾਨੂੰ ਮਤਲਬ ਜਿਹੜਾ ਅਸੀਂ ਕਰਜ਼ਾ ਲੈਂਦੇ ਹਾਂ ਉਹਦੀ ਇੱਕ ਲਿਮਿਟ ਹੈ 3% ਕਿਸੇ ਦੀ, ਮਤਲਬ ਉਹ ਅਸੀਂ ਇਸ ਤੋਂ ਬਾਅਦ ਨਹੀਂ ਜਾ ਸਕਦੇ। ਤਾਂ ਗੌਰਮੈਂਟ ਆਫ ਇੰਡੀਆ ਨੇ ਕਿਹਾ ਵੀ ਠੀਕ ਹੈ, ਤੁਸੀਂ 1.5% ਕਰਜ਼ਾ ਅਸੀਂ ਹੋਰ ਲਿਮਿਟ ਵਧਾ ਦਿੰਦੇ ਹਾਂ ਦੀ, 1% ਤੋਂ 1.5%। ਪਰ ਨਾਲ ਉਹਨਾਂ ਨੇ ਕੀ ਕਰਤਾ ਵੀ ਆਹ 4 ਚੀਜ਼ਾਂ ਵੀ ਤੁਹਾਨੂੰ ਕਰਨੀਆਂ ਪੈਣਗੀਆਂ। ਉਹਦੀ ਵੇਟੇਜ ਦਿੱਤੀ ਵੀ ਜੇ ਤੁਸੀਂ ਇਹ ਕਰ ਲਓਗੇ ਤਾਂ 50% ਕਰਜ਼ਾ ਤੁਸੀਂ ਲੈ ਸਕਦੇ ਹੋ, ਆਹ ਕਰ ਲਓਗੇ 0.25% ਲੈ ਸਕਦੇ ਹੋ, ਆਹ ਕਰ ਲਓਗੇ 1%, ਇੱਦਾਂ ਦੀ ਵੇਟੇਜ ਬਣਾਤੀ ਉਹਨਾਂ ਨੇ 4 ਦੀ। ਇਸ 'ਚ ਸਭ ਤੋਂ ਵੱਡਾ ਕੀ ਸੀਗਾ ਕਿ ਜੀ ਤੁਸੀਂ ਜਿਹੜਾ ਬਿਜਲੀ ਸਬਸਿਡੀ ਹੈਗੀ ਹੈ ਉਹ ਕਿਸਾਨਾਂ ਦੇ ਸਿੱਧੀ ਖਾਤੇ 'ਚ ਪਾਓਗੇ। ਹੁਣ ਇਹ ਅਸੀਂ ਨਹੀਂ ਕਰ ਸਕਦੇ, ਪੰਜਾਬ ਦੀ ਸਰਕਾਰ ਨੇ ਮਨਾ ਕਰਤਾ ਕਿ ਅਸੀਂ ਇਹ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਕਿਹਾ ਜੀ ਜਿਹੜਾ ਸਾਰਾ ਕੰਮ ਹੈ ਟੋਟਲ
ਉਹ ਆਨਲਾਈਨ ਕਰੋਗੇ। ਫਾਈਲਾਂ ਦਾ ਵਰਕ ਨਗਰ ਨਿਗਮ ਦਾ, ਇਹ ਦੋ ਤਿੰਨ ਤਰ੍ਹਾਂ ਦੀਆਂ ਸੀਗੀਆਂ ਇਸ 'ਚ। ਉਹ ਕਹਿੰਦਾ ਵੀ ਚਲ ਠੀਕ ਹੈ ਜੀ ਅਸੀਂ ਇਹ ਕਰ ਦਾਂਗੇ। ਉਹਨਾਂ ਨੇ ਕਹਿਤਾ ਵੀ ਠੀਕ ਹੈ ਜੀ ਤੁਸੀਂ 0.75% ਕਰਜ਼ਾ ਜ਼ਿਆਦਾ। ਇਸ ਤਰ੍ਹਾਂ ਦੀ ਚੀਜ਼ਾਂ ਹੋਰ ਉਹਨਾਂ ਨੇ ਰੱਖੀਆਂ ਸੀ ਜਿਹੜੀਆਂ ਇਹਨਾਂ ਨੇ ਮੰਨ ਲਈਆਂ। ਸਿਰਫ ਇੱਕ ਬਿਜਲੀ ਸਬਸਿਡੀ ਦਾ ਜਿਹੜਾ ਸੀਗਾ ਕਿ ਅਸੀਂ ਖਾਤੇ 'ਚ ਨਹੀਂ ਪਾਵਾਂਗੇ, ਉਹ ਨਹੀਂ ਮੰਨਿਆ, ਜਿਹਦੇ ਕਰਕੇ ਅਸੀਂ 1.5% ਦੀ ਬਜਾਏ 1% ਜਿਹੜਾ ਹੈਗਾ ਉਹੀ ਐਡੀਸ਼ਨਲ ਲੈ ਸਕੇ, ਮਤਲਬ ਬਾਕੀ ਅਸੀਂ 0.50 ਨਹੀਂ ਲੈ ਸਕੇ। ਹੁਣ ਜਿਹੜਾ ਇਹ ਚੱਕਿਆ ਹੈ ਵੀ ਜੀ ਤੁਹਾਨੂੰ ਸਾਰੀਆਂ ਸਟੇਟਾਂ ਨੂੰ ਕਰਜ਼ਾ ਮੁਕਤ ਅਸੀਂ ਵਿਆਜ ਦੇਵਾਂਗੇ, ਵਿਆਜ ਮੁਕਤ ਕਰਜ਼ਾ ਦੇਵਾਂਗੇ, ਉਹ ਕਿਵੇਂ ਦੇਣਗੇ? ਇਹਦੇ ਵਿੱਚ ਬਜਟ ਦੀ ਜਿਹੜੀ ਸਪੀਚ ਹੈ ਉਹ ਸਾਇਲੈਂਟ ਹੈ। ਮੈਨੂੰ ਲੱਗਦਾ ਕਿ ਫਾਈਨਾਂਸ ਮਿਨਿਸਟਰ ਨੂੰ ਇੱਥੇ ਕਹਿਣਾ ਚਾਹੀਦਾ ਸੀ ਤਾਂ ਕਿ ਇੱਕ ਕਲੈਰਿਟੀ ਜੀ ਜਾਂਦੀ ਕੰਟਰੀ ਦੇ ਵਿੱਚ ਨਾ ਕਿ ਜੀ ਇੰਨਾ ਕਰਜ਼ਾ ਮਿਲੂਗਾ, ਪਰ ਇਹ ਕਰਜ਼ਾ ਜਿਹੜਾ ਹੋਊਗਾ ਇਹ ਕਰਜ਼ਾ ਤੁਸੀਂ ਇਨਫਰਾਸਟਰਕਚਰ ਡਿਵੈਲਪ ਕਰਨ ਵਾਸਤੇ ਲਗਾਓਗੇ, ਜਾਂ ਇਹ ਕਰਜ਼ਾ ਤੁਸੀਂ ਕੈਪੀਟਲ ਐਕਸਪੈਂਡੀਚਰ 'ਤੇ ਲਗਾਓਗੇ, ਜਾਂ ਇਹ ਕਰਜ਼ਾ ਤੁਸੀਂ ਨਵੀਂ ਭਰਤੀਆਂ ਜਿਹੜੀਆਂ ਨੇ ਉਹ ਕਰਨ ਦੇ ਉੱਤੇ ਲਗਾਓਗੇ, ਜਾਂ ਮਤਲਬ ਫਾਰਮਿੰਗ ਸੈਕਟਰ ਦੇ ਵਿੱਚ ਮੰਨ ਲਓ ਕੋਈ ਨਵੀਂ ਚੀਜ਼ ਕਰਨੀ ਹੈ ਤੁਸੀਂ ਉੱਥੇ ਖਰਚ ਕਰੋਗੇ। ਉਹ ਕਲੈਰਿਟੀ ਆ ਜਾਂਦੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੱਗਦਾ ਕਿ ਠੀਕ ਹੈ, ਜਿਹੜੀ ਫਾਈਨਾਂਸ ਮਿਨਿਸਟਰ ਹੈ, ਜਿਹੜੀ ਇਹ ਸਰਕਾਰ ਹੈ, ਸੈਂਟਰ ਦੀ ਸਰਕਾਰ ਹੈ, ਉਹਨੇ ਇੱਕ ਦਿਸ਼ਾ ਦਿੱਤੀ ਹੈ। ਉਹਨੇ ਕਿਹਾ ਵੀ ਅਸੀਂ, ਜਿਵੇਂ ਹੁਣ ਇਹਨਾਂ ਨੇ ਕੱਲ੍ਹ ਕਿਹਾ ਵੀ ਅਸੀਂ 25 ਸਾਲ ਦਾ ਵਿਜ਼ਨ ਦਿੱਤਾ। ਇਹ ਤੁਸੀਂ ਬਜਟ 'ਚ ਅਗਰ ਤੁਸੀਂ ਫਾਈਨਾਂਸ ਮਿਨਿਸਟਰ ਨੂੰ ਪੜ੍ਹਿਆ ਹੋਵੇ ਤਾਂ ਉਹਨਾਂ ਨੇ ਕਿਹਾ ਇਹ 25 ਸਾਲ ਦਾ, ਯਾਨੀ ਕਿ 2047 ਤੱਕ ਦਾ ਵਿਜ਼ਨ ਹੈ। ਤਾਂ ਵਿਜ਼ਨ ਤਾਂ ਹੈ, ਪਰ ਰੋਡ ਮੈਪ ਕੀ ਹੈ ਉਹਦਾ? ਵਿਜ਼ਨ ਦਾ ਮਤਲਬ ਹੁੰਦਾ ਹੈ ਕਿ ਮੈਂ ਆਹ ਕੰਮ ਕਰਨਾ ਹੈ, ਉਹ ਮੈਂ ਤੁਹਾਨੂੰ ਦੱਸਤਾ ਵੀ ਮੈਂ ਕਰਨਾ ਹੈ, ਤਾਂ ਫਿਰ ਮੈਨੂੰ ਇਹ ਵੀ ਤਾਂ ਦੱਸਣਾ ਪਊਗਾ ਕਿ ਮੈਂ ਕਰਨਾ ਕਿਵੇਂ ਹੈ, ਮੈਂ ਕਿਵੇਂ ਚੱਲੂੰਗਾ ਉਸ ਪਾਸੇ ਨੂੰ। ਇਹ ਮੈਨੂੰ ਲੱਗਦਾ ਕਿ ਜਿਹੜਾ ਬਜਟ ਹੈਗਾ ਇਹਦੇ ਵਿੱਚ ਸਾਇਲੈਂਟ ਹੈ। ਦੂਸਰੀ ਵੱਡੀ ਗੱਲ ਸੀ, ਕਿਉਂਕਿ ਪੂਰਾ ਤੁਸੀਂ ਦੇਖਿਆ ਹੋਣਾ ਵੀ 1 ਸਾਲ ਐਗਰੀਕਲਚਰ ਦੇ ਕਾਨੂੰਨਾਂ ਨੂੰ ਲੈ ਕੇ ਬਹੁਤ ਵੱਡਾ ਅੰਦੋਲਨ ਚੱਲਿਆ। ਇਹ ਆਸ ਕੀਤੀ ਜਾ ਰਹੀ ਸੀ ਕਿ ਐਗਰੀਕਲਚਰ ਸੈਕਟਰ ਨੂੰ ਲੈ ਕੇ ਕੋਈ ਵੱਡੀ ਅਨਾਊਂਸਮੈਂਟ ਹੋ ਸਕਦੀ ਹੈ। ਬਹੁਤ ਸਾਰੇ ਬੰਦੇ ਦੀ ਡਿਮਾਂਡ ਸੀਗੀ ਵੀ ਜਿਹੜੀ ਕਿਸਾਨਾਂ ਨੂੰ 6000 ਰੁਪਇਆ ਡਾਇਰੈਕਟ ਸਬਸਿਡੀ ਮਿਲਦੀ ਹੈ ਉਹਨਾਂ ਦੇ ਖਾਤਿਆਂ 'ਚ, ਇਹਨੂੰ ਵਧਾਓ। ਪਰ ਬਹੁਤ ਸਾਰੇ ਲੋਕ ਇਸ ਦੇ ਸੀ ਵੀ ਨਹੀਂ, ਇਹ ਸਬਸਿਡੀ ਡਾਇਰੈਕਟ ਫਾਰਮਰ ਦੇ ਖਾਤੇ 'ਚ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਸਬਸਿਡੀ ਉਹਦੀ ਫਸਲਾਂ ਦੀ ਕੀਮਤ ਉਹਨੂੰ ਸਹੀ ਮਿਲੇ, ਇਸ ਦੇ ਉੱਤੇ ਕਰਨੀ ਚਾਹੀਦੀ ਸਾਨੂੰ। ਇਹ ਡਾਈਵਰਸੀਫਿਕੇਸ਼ਨ ਨਹੀਂ ਰੱਖਿਆ ਜਾ ਸਕਦਾ ਸੀ। ਸਪੋਜ਼ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਸਾਡੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਦੇ ਖਾਤੇ 'ਚ 500 ਰੁਪਏ ਮਹੀਨਾ ਆ ਰਿਹਾ ਹੈ, ਠੀਕ ਹੈ। ਜਿਨ੍ਹਾਂ ਦੇ ਖਾਤੇ 'ਚ ਨਹੀਂ ਆਉਂਦਾ, ਮਤਲਬ ਮੇਰੇ ਤੁਹਾਡੇ ਵਰਗੇ ਖਾਤਿਆਂ 'ਚ ਨਹੀਂ ਆਉਂਦਾ, ਤਾਂ ਸਾਡੇ ਮਨ 'ਚ ਕੀ ਆਉਂਦਾ ਇਹ ਗੱਲ ਵੀ ਜੀ ਇਹਨਾਂ ਨੂੰ ਬਿਜਲੀ ਵੀ ਸਬਸਿਡੀ ਵੀ ਫ੍ਰੀ ਦਿੱਤੀ ਜਾ ਰਹੀ ਹੈ, ਖਾਦਾਂ ਵੀ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ, ਹੁਣ 500 ਰੁਪਈਆ ਹੋਰ ਇਹਨਾਂ ਦੇ ਖਾਤੇ 'ਚ ਪਾਤਾ। ਤਾਂ ਇਹਦੀ ਬਜਾਏ ਕਿ ਇਹ ਸੋਚਣ ਵਾਲੀ ਗੱਲ ਹੈ ਵੀ ਕੀ ਅਸੀਂ ਕਿਸਾਨਾਂ ਨੂੰ ਜਾਂ ਕਿਸੇ ਵੀ ਹੋਰ ਸੈਕਟਰ ਨੂੰ ਮੁਫਤਖੋਰੀ ਦੇ ਵਿੱਚ ਲਗਾਉਣਾ ਹੈ, ਜਾਂ ਉਹਨੂੰ ਇਸ ਜੋਗਾ ਕਰ ਦੇਣਾ ਹੈ ਕਿ ਉਹ ਆਪਣੀ ਕਮਾਈ ਤੋਂ ਇਹ ਸਾਰੀਆਂ ਚੀਜ਼ਾਂ ਦੀ ਪੂਰਤੀ ਕਰੇ। ਉਹਦੀ ਤੁਸੀਂ ਮਤਲਬ ਫਸਲਾਂ ਦੀ ਇੰਨੀ ਕੀਮਤ ਦਿਓ ਕਿ ਉਹ ਜੀ ਬਿਜਲੀ ਦਾ ਬਿੱਲ ਕਹੇ ਜੀ ਮੈਂ ਨਹੀਂ ਫ੍ਰੀ ਬਿਜਲੀ ਲੈਣੀ, ਚੱਕੋ ਮੇਰਾ ਬਿੱਲ, ਮੈਂ ਨਹੀਂ ਜੀ 500 ਰੁਪਏ ਤੁਹਾਡੇ ਤੋਂ ਲੈਣਾ, ਆਹ ਚੱਕੋ, ਮੈਨੂੰ ਮੇਰੀ ਫਸਲ ਦੀ ਕੀਮਤ ਦਿਓ। ਅਸੀਂ ਉਸ ਦਿਸ਼ਾ ਵੱਲ ਨਹੀਂ ਗਏ। ਇਹ ਬਜਟ ਵੀ ਉਸ ਦਿਸ਼ਾ ਵੱਲ ਜਾਂਦਾ ਹੋਇਆ ਨਹੀਂ ਦਿਖ ਰਿਹਾ। ਮੈਨੂੰ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਕਿਤੇ ਇਹ ਦੇਖੋ ਅੱਜ ਐਂਟਾਇਰ ਕੰਟਰੀ ਦੇ ਵਿੱਚ ਇਹ 500 ਰੁਪਈਆ ਦਿੱਤਾ ਜਾ ਰਿਹਾ ਹੈ, ਸਾਰਿਆਂ ਕੋਲੇ ਆ ਰਿਹਾ। ਜੇ ਗਵਰਨਮੈਂਟ ਆਫ ਇੰਡੀਆ ਇੰਨਾ ਹੀ ਕਹਿ ਦਿੰਦੀ ਜੀ ਵੀ 1000 ਕਰੋੜ ਰੁਪਇਆ ਸਪੋਜ਼ ਮੰਨ ਲਓ ਪੰਜਾਬ ਨੂੰ ਆਉਂਦਾ, ਸਪੋਜ਼, ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ, ਇਸ ਕਰਕੇ ਮੈਂ ਉਦਾਹਰਣ ਦੇ ਤੌਰ 'ਤੇ ਦੇ ਰਿਹਾ ਵੀ 1000 ਕਰੋੜ ਰੁਪਈਆ ਸਾਡੇ ਕੋਲ ਆ ਰਿਹਾ ਹੈ। 1000 ਕਰੋੜ ਰੁਪਏ ਹੀ ਸਟੇਟ ਗੌਰਮੈਂਟ ਪਾਏ ਇਹਦੇ ਵਿੱਚ, 2000 ਕਰੋੜ ਰੁਪਏ ਦਾ ਇੱਕ ਕਾਰਪਸ ਫੰਡ ਬਣ ਗਿਆ ਸਾਡੇ ਕੋਲੇ, ਉਹ ਮੰਡੀ ਬੋਰਡ ਨੂੰ, ਮਾਰਕਫੈਡ ਨੂੰ ਜਾਂ ਪਨਸਪ ਵਰਗੀਆਂ ਏਜੰਸੀਆਂ ਨੂੰ ਦੇਵੇ ਕਿ ਜੀ ਇਹ ਚੱਕੋ, ਅਸੀਂ ਪੈਡੀ ਜਾਂ ਜਿਹੜੀ ਸਾਡੀ ਵੀਟ ਹੈਗੀ ਹੈ ਇਹ ਇੱਧਰੋਂ ਅਸੀਂ ਬਾਹਰ ਜਾਣਾ, ਇਹਦੀਆਂ ਅਲਟਰਨੇਟਿਵ ਫਸਲਾਂ ਨੇ, ਦਾਲਾਂ, ਆਇਲ ਸੀਡਸ, ਅਸੀਂ ਇੱਦਾਂ ਵੱਲ ਜਾਣਾ। ਕੰਜ਼ਿਊਮਰ ਨੂੰ ਅੱਜ 150 ਰੁਪਏ ਸਰੋਂ ਦਾ ਤੇਲ ਮਿਲ ਰਿਹਾ ਹੈ, ਜਦਕਿ ਫਾਰਮਰ ਨੂੰ ਕਿੰਨੀ ਮਿਲ ਰਹੀ ਹੈ? ਉਹੀ 32-33 ਰੁਪਏ, 35 ਰੁਪਏ, 4000 ਰੁਪਏ ਸਰੋਂ, ਠੀਕ ਹੈ। ਤਾਂ ਉਹਦੇ ਗੈਪ ਕਿੰਨਾ ਵੱਡਾ ਹੈ।
मतलब यही काम अगर मार्ਕਫੈੱਡ ਨੂੰ ਤੁਸੀਂ ਦੋ कि बई ਤੁਸੀਂ ऑयल सीड खरीदने है। ਸਾਡੇ ਪੰਜਾਬ ਹੁਣ ਕਿੰਨਾ ਸੌਖਾ ਹੈ ਜੇ ਅਸੀਂ 3-3.5 ਲੱਖ ਹੈਕਟੇਅਰ ਰਕਬਾ ਜਿਹੜਾ ਹੈਗਾ ਉਹ ਕੱਲਾ ਕਣਕ ਦੇ ਥੱਲੋਂ ਹੀ ਕੱਢਣਾ ਹੋਵੇ ਤਾਂ ਤੂੰ ਚੁੱਪ ਕਰਕੇ ਤੁਸੀਂ ਔਰ ਕੱਲੀ ਸਾਡੀ ਪੰਜਾਬ ਦੀ ਜਿਹੜੀ ਡਿਮਾਂਡ ਹੈ ਕੱਲੀ ਅਸੀਂ ਬਾਹਰ ਇੱਕ ਬੂੰਦ ਵੀ ਨਾ ਤੇਲ ਵੇਚੀਏ, ਕੱਲੇ ਸਾਡੇ ਪੰਜਾਬ ਦੀ ਡਿਮਾਂਡ ਪੂਰੀ ਕਰਨ ਵਾਸਤੇ ਸਾਨੂੰ 3.5 ਲੱਖ ਹੈਕਟੇਅਰ ਜ਼ਮੀਨ ਦੀ ਲੋੜ ਹੈ। ਅਸੀਂ ਮਾਰਕਫੈੱਡ ਨੂੰ ਕਹੀਏ ਵੀ ਤੁਸੀਂ ਇਹ 3.5 ਲੱਖ ਏਕੜ ਦਾ ਰਕਬਾ ਵਧਵਾਓ, ਜੋ ਉਹਨਾਂ ਨੇ ਪੈਦਾ ਕੀਤਾ ਉਹ ਪੂਰੀ MSP ਤੇ 4600 ਰੁਪਏ ਜੇ MSP ਹੈ ਤਾਂ 4600 ਰੁਪਏ ਤੇ ਤੁਸੀਂ ਖਰੀਦੋ, ਉਹਦਾ ਤੇਲ ਕਢਾਓ, ਤੁਹਾਡੇ ਸਾਰੇ ਸਟੋਰਾਂ ਤੇ ਵੇਚੋ, ਸਾਰੇ ਜਿੰਨੇ ਵੀ ਤੁਹਾਡੇ ਮਤਲਬ ਸਰਕਾਰੀ ਸੰਸਥਾਨ ਨੇ ਉਹਨਾਂ ਨੂੰ ਕਹੋ ਕਿ ਤੁਹਾਡੇ ਤੋਂ ਹੀ ਲੈਣਾ। ਇਹ ਬਹੁਤ ਛੋਟੇ ਛੋਟੇ ਕੰਮ ਨੇ ਜਿਹੜੇ ਕੀਤੇ ਜਾ ਸਕਦੇ ਆ ਔਰ ਆਰਾਮ ਨਾਲ ਉਸ ਪਾਸੇ ਨੂੰ ਜਾ ਜਾਂਦਾ। ਪਰ ਇਸ ਬਜਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਹੀ ਨਹੀਂ ਦਿਖ ਰਿਹਾ ਵੀ ਹਾਂ ਹੁਣ ਇੱਕ ਇਹਨਾਂ ਨੇ ਕਿਹਾ ਕਿ ਅਸੀਂ ਪ੍ਰਾਕ੍ਰਿਤਿਕ ਖੇਤੀ ਨੂੰ ਵਧਾਵਾਂਗੇ, ਹੈ ਨਾ, ਪਰ ਕੀ ਕਰਤਾ ਹੋ ਵੀ ਉਹ ਗੰਗਾ ਦੇ ਕਿਨਾਰੇ ਜਿਹੜਾ 5 ਕਿਲੋਮੀਟਰ ਦਾ ਰੇਡੀਅਸ ਹੈ ਦੋਨੋਂ ਪਾਸੇ ਸਿਰਫ ਉਸ ਪਾਸੇ ਵਧਾਵਾਂਗੇ ਵੀ ਕਿਉਂ ਗੰਗਾ ਦੇ ਕਿਨਾਰੇ ਕਿਉਂ ਨਹੀਂ, ਸਤਲੁਜ ਦੇ ਕਿਨਾਰੇ ਕਿਉਂ ਨਹੀਂ, ਬਿਆਸ ਦੇ ਕਿਨਾਰੇ ਕਿਉਂ ਨਹੀਂ ਜਾਂ ਰਾਵੀ ਦੇ ਕਿਨਾਰੇ ਕਿਉਂ ਨਹੀਂ। ਮਤਲਬ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਪੰਜਾਬ ਤੇ ਹਰਿਆਣਾ ਦੀ ਇਹ ਹੋਈ ਪਈ ਹੈ ਵੀ ਅਸੀਂ ਇੰਨਾ ਕੈਮੀਕਲ ਪਾ ਕੇ ਇੰਨੀਆਂ ਦਵਾਈਆਂ ਪਾ ਕੇ ਆਪਣੀ ਸਾਰੀ ਜ਼ਮੀਨ ਖਰਾਬ ਕਰ ਲਈ ਹੈ, ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਹੋ ਰਿਹਾ ਹੈ। ਤਾਂ ਇੱਥੇ ਦੇਣਾ ਚਾਹੀਦਾ ਸੀ ਉਹ, ਤਾਂ ਸਮਝ ਆਉਂਦੀ ਨਾ ਕਿ ਹਾਂ ਗੌਰਮੈਂਟ ਇੱਕ ਦਿਸ਼ਾ ਵੱਲ ਵਧਣਾ ਚਾਹੁੰਦੀ ਹੈ। ਹੁਣ ਤੁਸੀਂ ਦੇਖੋ ਵੀ ਅਸੀਂ ਅਗਰ ਯੂਪੀ ਦੀ ਗੱਲ ਕਰੀਏ, ਗੰਗਾ ਤਾਂ ਯੂਪੀ ਦੇ ਵਿੱਚੋਂ ਦੀ ਨਿਕਲ ਕੇ ਜਾ ਰਹੀ ਹੈ ਜਾਂ ਬਿਹਾਰ 'ਚੋਂ ਨਿਕਲ ਕੇ ਜਾ ਰਹੀ ਹੈ, ਉੱਥੇ ਤਾਂ ਪਹਿਲਾਂ ਹੀ ਬਹੁਤ ਘੱਟ ਹੈ। ਮਤਲਬ ਉੱਥੇ ਯੂਰੀਆ ਜਾਂ ਇਹਦੀਆਂ ਰਸਾਇਣਿਕ ਦਵਾਈਆਂ ਦੀ ਜਿਹੜੀ ਦਾ ਉਪਯੋਗ ਹੈ ਉਹ ਤਾਂ ਬਹੁਤ ਘੱਟ ਹੈ। ਸਭ ਤੋਂ ਜ਼ਿਆਦਾ ਤਾਂ ਪੰਜਾਬ ਤੇ ਹਰਿਆਣੇ ਦੇ ਵਿੱਚ ਹੈ। ਇੱਥੇ ਮਤਲਬ ਪੰਜਾਬ 2% ਖੇਤੀ ਦਾ ਏਰੀਆ ਹੈ, ਜਦਕਿ 12% ਅਸੀਂ ਟੋਟਲ ਜਿੰਨੀ ਦਵਾਈਆਂ ਖਾਦਾਂ ਰਸਾਇਣਿਕ ਖਾਦਾਂ ਯੂਜ਼ ਹੁੰਦੀਆਂ ਨੇ ਉਹ 12% ਇਕੱਲਾ ਪੰਜਾਬ ਯੂਜ਼ ਕਰ ਰਿਹਾ ਹੈ। ਤਾਂ ਇਹਦਾ ਮਤਲਬ ਹੈ ਕਿ ਸੋਚਣ ਵਾਲੀ ਗੱਲ ਪੰਜਾਬ ਲਈ ਸੀ, ਹਰਿਆਣੇ ਲਈ ਸੀ ਕਿ ਯੂਪੀ ਵਾਸਤੇ ਸੀਗੀ। ਅੱਛਾ ਚਲੋ ਤੁਸੀਂ ਉਹ ਕਹਿਤਾ ਵੀ ਉਹਦੇ ਕਿਨਾਰੇ 'ਤੇ ਤੁਸੀਂ 5-5 ਕਿਲੋਮੀਟਰ 'ਤੇ ਰੇਡੀਅਸ 'ਤੇ ਪ੍ਰਾਕ੍ਰਿਤਿਕ ਖੇਤੀ ਨੂੰ ਵਧਾਓਗੇ, ਵਧਾਓ, ਬਹੁਤ ਅੱਛੀ ਗੱਲ ਹੈ, ਚਲੋ ਉੱਥੇ ਹੀ ਵਧਾ ਲਓ, ਕਿਤੇ ਤਾਂ ਕਰੋ, ਅਸੀਂ ਦੇਖਾਂਗੇ ਉਹ ਮਾਡਲ ਕਿਸ ਤਰ੍ਹਾਂ ਦਾ। ਪਰ ਐਂ ਤਾਂ ਦੱਸੋ ਵੀ ਜਿਹੜਾ ਉੱਥੇ ਤੁਸੀਂ ਵਧਾਓਗੇ ਉਹਨੂੰ ਦੋਗੇ ਕੀ, ਸਬਸਿਡੀ ਕੀ ਦੋਗੇ ਉਹਨੂੰ। ਮਤਲਬ ਦੇਖੋ ਅੱਜ ਦੀ ਡੇਟ ਦੇ ਵਿੱਚ ਇਹਨੂੰ ਉਦਾਹਰਣ ਦੇ ਤੌਰ 'ਤੇ ਇੱਦਾਂ ਸਮਝੋ ਤਾਂ ਇੱਕ ਚੀਜ਼ ਸਮਝ ਆ ਜਾਏਗੀ। ਅੱਜ ਇੱਕ ਕਿੱਲੇ ਦੇ ਵਿੱਚੋਂ ਮੰਨ ਲਓ 20 ਕੁਇੰਟਲ ਕਣਕ ਨਿਕਲ ਰਹੀ ਹੈ, ਜੇ ਤੁਸੀਂ ਉਹਨੂੰ ਔਰਗੈਨਿਕ 'ਚ ਲੈ ਜਾਓ ਤਾਂ ਉਹ ਸਾਰੀ 10 ਦੇ ਆਸ-ਪਾਸ ਰਹਿ ਜਾਏਗੀ। ਹੁਣ 10 ਕੁਇੰਟਲ ਦਾ ਫਾਰਮਰ ਨੂੰ ਘਾਟਾ ਪੈ ਗਿਆ, ਉਹ 10 ਕੁਇੰਟਲ ਦਾ ਘਾਟਾ ਤੁਸੀਂ ਕਿਵੇਂ ਪੂਰਾ ਕਰੋਗੇ? ਕੀ ਉਹਨੂੰ ਪੈਸੇ ਦੋਗੇ ਉਹਨੇ 10 ਕੁਇੰਟਲ ਦੇ ਕਿ ਜੀ ਅਸੀਂ ਪਰ ਏਕੜ ਤੇਰੀ ਜਿਹੜੀ ਹੈਗੀ ਹੈ ਕਣਕ ਦੀ ਔਰ ਪੈਡੀ ਦੀ ਜੋ ਵੀ ਹੈਗੀ ਹੈ ਅਲਟਰਨੇਟਿਵ ਜੋ ਵੀ ਫਸਲ ਉਗਾਉਂਦਾ ਹੈ ਇਹਦੀ ਜਿਹੜੀ ਤੇਰੀ ਇਨਕਮ ਹੈ ਉਹ ਸੁਨਿਸ਼ਚਿਤ ਕਰਾਂਗੇ। ਇੱਦਾਂ ਤਾਂ ਇਸ ਪੂਰੇ ਬਜਟ 'ਚ ਇੱਦਾਂ ਦਾ ਕੁਛ ਨਹੀਂ ਦਿਖ ਰਿਹਾ ਮੈਨੂੰ ਕਿ ਸਰ ਫਾਰਮਰ ਨੂੰ ਕੁਛ ਇੱਦਾਂ ਦਾ ਦੱਸਿਆ ਹੋਵੇ। ਜੇ ਮੈਂ ਉਹੀ ਕਹਿ ਰਿਹਾ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਸੀ, ਮੈਨੂੰ ਲੱਗਦਾ ਕਿ ਕਲੈਰਿਟੀ ਹੋਣੀ ਚਾਹੀਦੀ ਸੀ। ਇਹ 2-3 ਮਤਲਬ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਸੈਕਟਰ ਨੇ ਜਿਹਦੇ 'ਚ ਅਗਰ ਕੁਛ ਕਰਦੇ ਔਰ ਇਹਨਾਂ ਦੀ GDP 1% ਵੀ ਵੱਧ ਜਾਂਦੀ ਤਾਂ ਓਵਰਆਲ GDP ਜਿਹੜੀ ਹੈਗੀ ਆ ਉਹ 2% ਵੱਧਦੀ। ਸਿਰਫ ਫਾਰਮਿੰਗ ਸੈਕਟਰ ਦੀ GDP ਅਗਰ 1% ਵੱਧ ਜੇ ਤਾਂ ਓਵਰਆਲ GDP 2% ਵੱਧ ਜਾਂਦੀ ਹੈ। ਇੰਨਾ ਮਤਲਬ ਸਕੋਪ ਹੈ ਇਸ ਏਰੀਆ ਦੇ ਵਿੱਚ। ਅਸੀਂ ਉਸ ਪਾਸੇ ਵੀ ਕੋਈ ਕੰਮ ਨਹੀਂ ਕੀਤਾ। ਪਰਾਲੀ ਲਈ ਇੱਕ ਹਮੇਸ਼ਾ ਕਿਉਂਕਿ ਪਰਾਲੀ ਇੱਕ ਵੱਡਾ ਤੁਸੀਂ ਕਹੋ ਕਿ ਵੱਡੀ ਸਮੱਸਿਆ ਹੈ, ਉਸ ਦੇ ਉੱਤੇ ਉਹਨੂੰ ਸੰਭਾਲਣ ਲਈ ਮਸ਼ੀਨਰੀ ਦੇਣਾ ਜਾਂ ਹੋਰ ਕਿਸੇ ਲਈ ਦੇਣਾ, ਉਹਦੇ ਲਈ ਇੱਕ 600-650 ਕਰੋੜ ਰੁਪਇਆ ਰੱਖਿਆ ਜਾਂਦਾ ਸੀ। ਉਹ ਇਸ ਵਾਰੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਰੱਖ ਰਹੇ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਜਿਹੜਾ ਦਿੱਲੀ ਦੇ ਵਿੱਚ ਪੋਲੂਸ਼ਨ ਹੁੰਦਾ ਹੈ ਉਹ 'ਚ ਇਹਦਾ ਰੋਲ ਜਿਹੜਾ ਪਰਾਲੀ ਦਾ ਉਹ ਮਿਨੀਮਮ ਹੈ, ਇਸ ਕਰਕੇ ਉਹਨਾਂ ਨੇ ਉੱਥੋਂ ਹਟਾ ਹੀ ਦਿੱਤਾ। ਅੱਛੀ ਗੱਲ ਹੈ, ਹਟਾ ਦਿਓ, ਪਰ ਮੈਂ ਇਹ ਕਹਿ ਰਿਹਾ ਵੀ ਜੇ ਅਸੀਂ ਉਸ ਦਿਸ਼ਾ 'ਤੇ ਕੰਮ ਕਰਦੇ, ਦੇਖੋ ਅੱਜ ਸਭ ਤੋਂ ਜ਼ਿਆਦਾ ਅਸੀਂ ਪੈਟਰੋਲ ਇੰਪੋਰਟ ਕਰਦੇ ਹਾਂ, ਦੂਜੇ ਨੰਬਰ 'ਤੇ ਅਸੀਂ ਰਸਾਇਣਿਕ ਖਾਦਾਂ ਇੰਪੋਰਟ ਕਰਦੇ ਹਾਂ। ਇਹ ਦੋਨਾਂ ਦਾ ਸਲੂਸ਼ਨ ਪਰਾਲੀ ਸੀ। ਪਰਾਲੀ
ਲਹਿਰਾ ਗਾਗਾ ਕੋਲੇ ਇੱਕ ਵੱਡਾ ਵਰਬੀਓ ਦਾ ਪਲਾਂਟ ਲੱਗਿਆ। ਵਰਬੀਓ ਕੰਪਨੀ ਜਰਮਨੀ ਦੀ ਕੰਪਨੀ ਹੈ। ਉਹਨਾਂ ਨੇ ਉਸ ਪਰਾਲੀ ਤੋਂ ਬਾਇਓ CNG ਵੀ ਬਣਾਤੀ ਹੈ, ਔਰ ਨਾਲ ਹੀ ਜਿਹੜੀ ਉਹ ਪਰਾਲੀ ਹੈ ਉਹ CNG ਕੱਢ ਲੈਂਦੇ ਆ, ਜਿਹੜੀ ਬਚੀ ਚੀਜ਼ ਹੈ ਉਹ ਖਾਦ ਬਣ ਗਈ ਹੈ। ਦੋਨੋਂ ਸੋਲੂਸ਼ਨਸ ਸਾਡੇ ਇੱਥੇ ਬਣ ਸਕਦੇ ਸੀਗੇ। ਅਸੀਂ ਜੇ ਇਹਨਾਂ 6-7 ਕੰਪਨੀਆਂ ਜਿਹੜੀਆਂ ਸਾਡੇ ਇੱਥੇ ਕੰਮ ਹੈਗੀਆਂ ਨੇ ਵੱਡੀਆਂ, ਜਿਹੜੀਆਂ ਕਿ ਆਹ ਬਣਾਉਂਦੀਆਂ ਨੇ ਕਾਰਾਂ, ਉਹਨਾਂ ਨੂੰ ਜਾਂ ਟਰੈਕਟਰ, ਈਵਨ ਉਹਨਾਂ ਨੇ ਟਰੈਕਟਰ ਵੀ ਬਣਾਏ ਨੇ, ਉਹਨਾਂ ਨੂੰ ਇਸ ਦਿਸ਼ਾ ਦੇ ਉੱਤੇ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਤੁਸੀਂ ਇਹ ਕੰਮ ਕਰੋ, ਅਸੀਂ ਤੁਹਾਨੂੰ ਇੱਥੇ ਰਿਬੇਟ ਦੇਵਾਂਗੇ। ਉਹ ਜ਼ਿਆਦਾ ਤੋਂ ਜ਼ਿਆਦਾ ਕਾਰਾਂ CNG ਵਾਲੀਆਂ ਭੇਜਦੇ ਔਰ ਇੱਥੇ ਪਰਾਲੀ ਦੇ CNG ਦੇ ਪਲਾਂਟ ਲਗਵਾਉਂਦੇ, ਤਾਂ ਮੈਨੂੰ ਲੱਗਦਾ ਕਿ ਦੋਨੋਂ ਮਿਲ ਕੇ ਇੱਕ ਵੱਡਾ ਸੋਲੂਸ਼ਨ ਸਾਡੇ ਲਈ ਪੈਦਾ ਵੀ ਕਰਦੇ। ਅੱਜ ਮੇਰੀ ਪਾਕਟ 'ਚੋਂ 100 ਰੁਪਏ ਜਾ ਰਹੇ ਹੈ ਪੈਟਰੋਲ ਦੇ ਉੱਤੇ, ਮੇਰਾ ਉਹ ਜਿਹੜਾ ਖਰਚਾ ਹੈ ਉਹ 70 ਰੁਪਏ ਰਹਿ ਜਾਂਦਾ, ਤਾਂ ਮੈਨੂੰ ਵੀ ਫਾਇਦਾ ਹੁੰਦਾ। ਪਰਾਲੀ ਜਲਦੀ ਨਾ ਤਾਂ ਵੀ ਮੈਨੂੰ ਫਾਇਦਾ ਹੁੰਦਾ, ਇੱਕ ਮੈਨੂੰ ਸਵੱਛ ਵਾਤਾਵਰਣ ਮਿਲਦਾ, ਅਤੇ ਸਾਡੇ ਕੋਲੇ ਸਾਨੂੰ ਨਾ ਪੈਟਰੋਲ ਮੰਗਾਉਣ ਦੀ ਬਾਹਰੋਂ ਲੋੜ ਪੈਣੀ ਸੀ, ਨਾ ਹੀ ਸਾਨੂੰ ਖਾਦਾਂ ਮੰਗਾਉਣ ਦੀ ਬਾਹਰੋਂ ਲੋੜ ਪੈਣੀ ਸੀ। ਅਸੀਂ ਆਪਣੇ ਆਪ ਹੀ ਔਰਗੈਨਿਕ ਖਾਦ ਵੱਲ ਚਲੇ ਜਾਣਾ ਸੀਗਾ। ਹੁਣ ਇਹਨਾਂ ਪੂਰੀ ਤਿੰਨੋਂ ਦਿਸ਼ਾਵਾਂ ਵੱਲ ਕੋਈ ਕੰਮ ਨਹੀਂ ਹੋਇਆ। ਤਾਂ ਇਹ ਜਿਹੜੇ ਬਜਟ ਹੁੰਦੇ ਆ, ਜਿਸ 'ਤੇ ਦੇਖੋ ਪੂਰੇ ਕੰਟਰੀ ਦੀ ਇੱਕ ਨਿਗਾਹ ਲੱਗੀ ਰਹਿੰਦੀ ਹੈ ਕਿ ਅਗਲੇ ਸਾਲ ਇਹ ਚੀਜ਼ਾਂ ਹੋਣਗੀਆਂ, ਉਹ ਸਾਰੀਆਂ ਖਤਮ ਹੋ ਗਈਆਂ। ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਸੀ, ਇਸ 'ਤੇ ਸਰਕਾਰ ਨੂੰ ਕੋਈ ਦਿਸ਼ਾ ਦੇ ਉੱਤੇ ਕੰਮ ਕਰਨਾ ਚਾਹੀਦਾ ਸੀ। ਸਿਰਫ ਭਾਸ਼ਣਬਾਜ਼ੀਆਂ ਕਰਕੇ ਜਾਂ ਇਹ ਕਰ ਦਾਂਗੇ। ਹੁਣ ਉਹਨਾਂ ਨੇ ਕਹਿਤਾ ਜੀ ਵੀ 5 ਲੱਖ ਕੁਛ ਕਰੋੜ ਦਾ ਬਜਟ ਕੱਲਾ ਇਹਦੇ 'ਤੇ ਹੈ ਜੀ, ਸਾਡੇ ਜਿਹੜੀ ਮਿਲਟਰੀ ਡਿਫੈਂਸ 'ਤੇ 5 ਲੱਖ ਕਰੋੜ ਰੁਪਈਆ। ਤੁਸੀਂ ਦੇਖੋ ਨਾ ਵੀ ਅਸੀਂ ਸਾਰੇ ਜਿੰਨੇ ਪੂਰੇ ਕੰਟਰੀ ਦੀ ਜਿਹੜੀ ਇੰਪਲੋਇਮੈਂਟ ਹੈ ਉਹਦੇ ਉੱਤੇ ਇੰਨਾ ਖਰਚਾ ਨਹੀਂ ਕਰਦੇ ਜਿੰਨਾ ਕੱਲਾ ਡਿਫੈਂਸ ਦੇ ਉੱਤੇ ਖਰਚਾ ਹੋ ਰਿਹਾ। ਤਾਂ ਸਾਡੇ ਕੋਲ ਸਕੂਲਾਂ 'ਚ ਟੀਚਰ ਨਹੀਂ ਹੈ, ਅਸੀਂ ਕਹਿੰਦੇ ਡਿਫੈਂਸ 'ਤੇ ਖਰਚਾ ਵਧਾ ਦਿਓ। ਸਾਡੇ ਹੌਸਪੀਟਲ ਡਾਕਟਰ ਨਹੀਂ ਹੈ, ਨਰਸਾਂ ਨਹੀਂ ਹੈ, ਦਵਾਈਆਂ ਨਹੀਂ ਹੈ, ਅਸੀਂ ਕਹਿੰਦੇ ਡਿਫੈਂਸ 'ਤੇ ਖਰਚਾ ਵਧਾ ਦਿਓ। ਤਾਂ ਆਮ ਲੋਕਾਂ ਨੂੰ ਕੀ ਚਾਹੀਦਾ ਹੈ ਕਿ ਡਿਫੈਂਸ ਚਾਹੀਦੀ ਹੈ ਜਾਂ ਇਹ ਚੀਜ਼ਾਂ ਚਾਹੀਦੀਆਂ ਨੇ? ਇਹ ਸਾਨੂੰ ਸੋਚਣਾ ਪਊਗਾ ਕਿ ਅਸੀਂ ਜਾਣਾ ਕਿੱਧਰ ਹੈ। ਸੋ ਇਹ ਮੇਰੇ ਕੁਝ ਪੁਆਇੰਟ ਸੀਗੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਹੈਗੇ ਆ। ਵੈਸੇ ਤਾਂ ਬਜਟ ਬਹੁਤ ਵਾਸਟ ਹੁੰਦਾ, ਹੋਰ ਬਹੁਤ ਕੁਛ ਹੈ ਬੋਲਿਆ ਜਾ ਸਕਣ ਲਈ, ਲੇਕਿਨ ਕਿਉਂਕਿ ਸਾਡੇ ਕੋਲ ਤੁਹਾਡੇ ਕੋਲ ਸਮਾਂ ਵੀ ਇੰਨਾ ਕੀ ਹੁੰਦਾ, ਤਾਂ ਮੈਂ ਇੰਨਾ ਕੀ ਰੱਖਣਾ ਚਾਹੂੰਗਾ ਜੀ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜਨ ਵਾਸਤੇ। ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।